ਗੁੱਡ ਮਾਰਨਿੰਗ ਸਟੂਡੈਂਟਸ। ਕਮਰਸ਼ੀਅਲ ਲਾਅ ਦੇ ਵਿੱਚ ਸਾਡਾ ਚੈਪਟਰ ਚੱਲ ਰਿਹਾ ਆ ਲੀਗੈਲਿਟੀ ਆਫ ਕੰਟਰੈਕਟ ਐਂਡ ਐਗਰੀਮੈਂਟ ਡਿਕਲੇਅਰਡ ਵੋਇਡ। ਕਿਹੜੇ ਐਗਰੀਮੈਂਟਸ ਨੇ ਜਿਨ੍ਹਾਂ ਨੂੰ ਕੋਰਟ ਨੇ ਲਾਅ ਨੇ ਡਾਇਰੈਕਟਲੀ ਹੀ ਵੋਇਡ ਡਿਕਲੇਅਰ ਕੀਤਾ ਹੋਇਆ ਆ। ਕੱਲ ਮੈਂ ਤੁਹਾਨੂੰ ਇਹਦੇ ਵਿੱਚ ਕੁਝ ਇਹੋ ਜਿਹੇ ਐਗਰੀਮੈਂਟਸ ਦੱਸੇ ਸੀ ਜਿਹੜੇ ਅਸੀਂ ਆਲਰੇਡੀ ਆਪਣੇ ਪ੍ਰੀਵੀਅਸ ਚੈਪਟਰਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਕੋਈ ਵੀ ਐਗਰੀਮੈਂਟ ਜਿਹੜਾ ਕਿਸੇ ਇਨਕੰਪੀਟੈਂਟ ਪਾਰਟੀ ਦੁਆਰਾ ਕੀਤਾ ਜਾਂਦਾ ਆ, ਕੋਈ ਵੀ ਐਗਰੀਮੈਂਟ ਜਿਹਦਾ ਕੰਸੀਡਰੇਸ਼ਨ ਜਾਂ ਆਬਜੈਕਟਿਵ ਅਨਲॉफुल ਹੁੰਦਾ ਆ, ਕੋਈ ਵੀ ਐਗਰੀਮੈਂਟ ਜਿਹੜਾ ਬਿਨਾਂ ਕੰਸੀਡਰੇਸ਼ਨ ਤੋਂ ਕੀਤਾ ਜਾਂਦਾ ਆ, ਜਾਂ ਕੋਈ ਵੀ ਐਗਰੀਮੈਂਟ ਜਿਹੜਾ ਅੰਡਰ ਮਿਊਚੁਅਲ ਮਿਸਟੇਕ ਆਫ ਫੈਕਟ ਹੁੰਦਾ ਆ, ਉਹ ਵੋਇਡ ਆ। ਸੋ ਇਹ ਤਾਂ ਅਸੀਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਹੁਣ ਨੈਕਸਟ ਅਸੀਂ ਕਿਹੜਾ ਪੜ੍ਹਨਾ ਐਗਰੀਮੈਂਟ ਜਿਹੜਾ ਕਿ ਲਾਅ ਨੇ ਜਿਹਨੂੰ ਕਿ ਵੋਇਡ ਡਿਕਲੇਅਰ ਕੀਤਾ ਹੋਇਆ ਆ। ਸਭ ਤੋਂ ਪਹਿਲਾਂ ਆ ਐਗਰੀਮੈਂਟ ਇਨ ਰਿਸਟ੍ਰੇਂਟ ਆਫ ਮੈਰਿਜ। ਕੋਈ ਇਹੋ ਜਿਹਾ ਐਗਰੀਮੈਂਟ ਜਿਹੜਾ ਕਿਸੇ ਪਰਸਨ ਨੂੰ ਮੈਰਿਜ ਕਰਨ ਤੋਂ ਰਿਸਟ੍ਰੇਂਟ ਕਰ ਰਿਹਾ ਆ, ਉਹ ਐਗਰੀਮੈਂਟ ਵੀ ਵੋਇਡ ਹੁੰਦਾ ਆ। ਵੈਸੇ ਤਾਂ ਜਿਹੜਾ ਸਾਡਾ ਮੈਰਿਜ ਲਾਅ ਆ ਉਹ ਕਹਿੰਦਾ ਆ ਕਿ ਕੋਈ ਵੀ ਮਾਈਨਰ ਜਿਹੜਾ ਆ ਉਹ ਮੈਰਿਜ ਨਹੀਂ ਕਰ ਸਕਦਾ। ਜਿਹਦੀ ਅਗਰ ਬॉयਜ਼ ਦੀ ਗੱਲ ਕਰੀਏ ਤਾਂ ਜਿਹਦੀ ਏਜ 21 ਈਅਰ ਤੋਂ ਘੱਟ ਹੁੰਦੀ ਆ, ਤੇ ਗਰਲਸ ਦੀ ਅਗਰ ਏਜ 18 ਈਅਰ ਤੋਂ ਘੱਟ ਆ ਤਾਂ ਉਹਨਾਂ ਦੀ ਮੈਰਿਜ ਜਿਹੜੀ ਆ ਉਹ ਇਲੀਗਲ ਹੋਏਗੀ। ਸੋ ਇੱਥੇ ਅਸੀਂ ਜਿਹੜਾ ਇਹ ਰਿਸਟ੍ਰੇਂਟ ਕਰਨ ਦੀ ਗੱਲ ਕਰ ਰਹੇ ਹਾਂ, ਕਿਸੇ ਮਾਈਨਰ ਨੂੰ ਰਿਸਟ੍ਰੇਂਟ ਕਰਨ ਦੀ ਗੱਲ ਨਹੀਂ ਕਰ ਰਹੇ, ਕਿਉਂਕਿ ਮਾਈਨਰ ਨੂੰ ਰਿਸਟ੍ਰੇਂਟ ਕਰਨਾ ਤਾਂ ਲੀਗਲ ਆ, ਠੀਕ ਆ। ਸੋ ਇੱਥੇ ਜਿਹੜੀ ਗੱਲ ਹੋ ਰਹੀ ਆ ਉਹ ਕਿਸੇ ਮੇਜਰ ਦੀ ਹੋ ਰਹੀ ਆ। ਸੋ ਅਗਰ ਕਿਸੇ ਮੇਜਰ ਪਰਸਨ ਨੂੰ ਜਿਹੜਾ ਕਿ ਐਲੀਜੀਬਲ ਆ ਮੈਰਿਜ ਕਰਨ ਦੇ ਲਈ, ਅਗਰ ਉਹਨੂੰ ਰਿਸਟ੍ਰੇਂਟ ਕਰਨ ਲਈ ਕਿ ਤੂੰ ਮੈਰਿਜ ਨਹੀਂ ਕਰਨੀ ਜਾਂ ਵਿਆਹ ਨਹੀਂ ਕਰਾਣਾ, ਇਹੋ ਜਿਹਾ ਐਗਰੀਮੈਂਟ ਕੀਤਾ ਜਾਂਦਾ ਆ ਤਾਂ ਐਗਰੀਮੈਂਟ ਵੋਇਡ ਹੁੰਦਾ ਆ, ਕਿਉਂਕਿ ਹਰ ਪਰਸਨ ਦੇ ਕੋਲ ਫਰੀडम ਆ ਮੈਰਿਜ ਕਰਨ ਦੀ, ਠੀਕ ਆ। ਵੈਸੇ ਤਾਂ ਹਰੇਕ ਬੰਦੇ ਦੀ ਮਰਜ਼ੀ ਆ ਕਿ ਉਹਨੇ ਮੈਰਿਜ ਕਰਨੀ ਆ ਜਾਂ ਨਹੀਂ ਕਰਨੀ, ਠੀਕ ਆ। ਬਟ ਤੁਸੀਂ ਕੋਈ ਇਹੋ ਜਿਹਾ ਐਗਰੀਮੈਂਟ ਉਹਨਾਂ ਸਾਈਨ ਕਰ ਲਓ ਕਿ ਤੁਸੀਂ ਉਹਨੂੰ ਕਹੋ ਕਿ ਤੂੰ ਮੈਰਿਜ ਨਹੀਂ ਕਰਨੀ, ਇਹ ਅਗੇਂਸਟ ਦਾ ਪਬਲਿਕ ਪਾਲਿਸੀ ਆ ਤੇ ਇਲੀਗਲ ਆ। ਇਹਦੇ ਵਿੱਚ ਇਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਆ ਕਿ ਏ ਨੇ ਪ੍ਰੋਮਿਸ ਕੀਤਾ ਕਿ ਉਹ ਮਿਸ ਬੀ ਤੋਂ ਇਲਾਵਾ ਕਿਸੇ ਹੋਰ ਨਾਲ ਮੈਰਿਜ ਨਹੀਂ ਕਰੇਗਾ, ਠੀਕ ਆ। ਔਰ ਅਗਰ ਉਹ ਇਹੋ ਜਿਹਾ ਕਰੂਗਾ ਤਾਂ ਡਿਫਾਲਟ ਦੇ ਕੇਸ ਦੇ ਵਿੱਚ ਉਹਨੂੰ 2000 ਪੌਂਡ ਜਿਹੜੇ ਹੈਗੇ ਆ ਪੇਮੈਂਟ, ਉਹਨਾਂ ਦੀ ਪੇਮੈਂਟ ਕਰਨੀ ਪਏਗੀ। ਬਾਅਦ ਵਿੱਚ ਏ ਨੇ ਕਿਸੇ ਹੋਰ ਦੇ ਨਾਲ ਮੈਰਿਜ ਕਰ ਲਈ ਤਾਂ ਮਿਸ ਬੀ ਜਿਹੜੀ ਆ ਹੁਣ ਏ ਨੂੰ ਸਿਊ ਕਰ ਰਹੀ ਆ ਕਿ ਮੈਨੂੰ ਉਹ ਅਮਾਊਂਟ ਜਿਹੜਾ ਪੇ ਕੀਤਾ ਜਾਵੇ। ਬਟ ਕੋਰਟ ਨੇ ਕੀ ਡਿਸੀਜਨ ਦਿੱਤਾ ਕਿ ਕੋਈ ਵੀ ਐਗਰੀਮੈਂਟ ਜਿਹੜਾ ਕਿਸੇ ਨੂੰ ਮੈਰਿਜ ਕਰਨ ਤੋਂ ਰਿਸਟ੍ਰੇਂਟ ਕਰੇ ਉਹ ਵੋਇਡ ਹੁੰਦਾ ਆ, ਇਸ ਲਈ ਮਿਸ ਬੀ ਉਹਦੇ ਕੋਲੋਂ ਅਮਾਊਂਟ ਜਿਹੜਾ ਆ ਰਿਕਵਰ ਨਹੀਂ ਕਰ ਸਕਦੀ। ਸੈਕਿੰਡ ਆ ਐਗਰੀਮੈਂਟ ਇਨ ਰਿਸਟ੍ਰੇਂਟ ਆਫ ਟ੍ਰੇਡ। ਜਿਸ ਤਰ੍ਹਾਂ ਕਿਸੇ ਨੂੰ ਮੈਰਿਜ ਕਰਨ ਤੋਂ ਰੋਕਣ ਦਾ ਐਗਰੀਮੈਂਟ ਵੋਇਡ ਆ, ਇਸੇ ਤਰ੍ਹਾਂ ਕਿਸੇ ਪਰਸਨ ਨੂੰ ਕੋਈ ਵੀ ਲॉफुल ਪ੍ਰੋਫੈਸ਼ਨ, ਟ੍ਰੇਡ ਜਾਂ ਬਿਜ਼ਨਸ ਕਰਨ ਤੋਂ ਰੋਕਣ ਦਾ ਐਗਰੀਮੈਂਟ ਵੀ ਵੋਇਡ ਆ, ਠੀਕ ਆ। ਪਬਲਿਕ ਪਾਲਿਸੀ ਕੀ ਕਹਿੰਦੀ ਆ ਕਿ ਹਰ ਪਰਸਨ ਦੀ ਆਪਣੀ ਇੱਛਾ ਆ, ਆਪਣੀ ਮਰਜ਼ੀ ਆ, ਆਪਣੀ ਲਿਬਰਟੀ ਆ ਕਿ ਉਹ ਆਪਣੇ ਲਈ ਕੰਮ ਕਰ ਸਕਦਾ ਆ, ਠੀਕ ਆ। ਕੋਈ ਵੀ ਉਹਨੂੰ ਰੋਕ ਨਹੀਂ ਸਕਦਾ ਕਿਸੇ ਤਰ੍ਹਾਂ ਦਾ ਕੋਈ ਕੰਮ ਕਰਨ ਤੋਂ, ਆਪਣੀ ਲੇਬਰ ਯੂਜ਼ ਕਰਨ ਤੋਂ, ਸਕਿੱਲਸ ਜਾਂ ਆਪਣਾ ਟੈਲੈਂਟ ਯੂਜ਼ ਕਰਨ ਤੋਂ। ਸੋ ਇਹ ਲਾਅ ਜਿਹੜਾ ਹੈ ਡਿਕਲੇਅਰ ਕਰਦਾ ਕਿ ਸਾਰੇ ਐਗਰੀਮੈਂਟ ਜਿਹੜੇ ਕਿਸੇ ਵੀ ਮੈਨ ਦੇ ਰਾਈਟ ਨੂੰ, ਕਾਹਦਾ ਰਾਈਟ, ਟ੍ਰੇਡ ਜਾਂ ਪ੍ਰੋਫੈਸ਼ਨ ਦਾ ਰਾਈਟ, ਉਹਨੂੰ ਅਗਰ ਰਿਸਟ੍ਰਿਕਟ ਕਰਦੇ ਆ ਤਾਂ ਉਹ ਵੋਇਡ ਆ, ਕਿਉਂਕਿ ਅਗੇਂਸਟ ਦਾ ਪਬਲਿਕ ਪਾਲਿਸੀ ਆ। ਬਟ ਪਾਰਸ਼ਲ ਰਿਸਟ੍ਰੇਂਟ ਜਿਹੜਾ ਹੈਗਾ ਆ, ਜਾਂ ਕਿਸੇ ਲਿਮਿਟਿਡ ਸਪੇਸ ਲਈ ਜਾਂ ਲਿਮਿਟਿਡ ਟਾਈਮ ਲਈ ਕਿਸੇ ਨੂੰ ਰਿਸਟ੍ਰੇਂਟ ਕਰਨਾ, ਜਿਹੜਾ ਵੈਲਿਡ ਹੁੰਦਾ ਆ ਤੇ ਇਨਫੋਰਸੇਬਲ ਵੀ ਹੁੰਦਾ ਆ। ਹੁਣ ਇਹਦੀਆਂ ਕੁਝ ਐਕਸੈਪਸ਼ਨਸ ਆ ਜਿਹੜੀਆਂ ਇਸ ਲਾਅ ਦੀਆਂ ਅਸੀਂ ਪੜ੍ਹਨੀਆਂ ਆ। ਸਭ ਤੋਂ ਪਹਿਲਾਂ ਹੈਗੀਆਂ ਸਟੈਚੂਟਰੀ ਐਕਸੈਪਸ਼ਨਸ। ਸਟੈਚੂਟਰੀ ਐਕਸੈਪਸ਼ਨ ਦੇ ਵਿੱਚ ਫਸਟ ਆਫ ਆਲ ਆਉਂਦੀ ਹੈ ਸੇਲ ਆਫ ਗੁੱਡਵਿਲ। ਅਗਰ ਕੋਈ ਪਰਸਨ ਆਪਣੇ ਬਿਜ਼ਨਸ ਦੀ ਗੁੱਡਵਿਲ ਨੂੰ ਸੇਲ ਕਰ ਦਿੰਦਾ ਆ ਤਾਂ ਫਿਰ ਜਿਹੜਾ ਸੈਲਰ ਹੁੰਦਾ ਆ, ਅਗਰ ਉਹਨੇ ਕੋਈ ਇਹੋ ਜਿਹੀ ਐਗਰੀਮੈਂਟ ਕੀਤਾ ਆ ਕਿ ਉਹ ਸਿਮਿਲਰ ਬਿਜ਼ਨਸ ਉਸ ਪਰਟੀਕੂਲਰ ਏਰੀਆ ਦੇ ਵਿੱਚ ਜਿਹੜਾ ਆ ਇੱਕ ਪਰਟੀਕੂਲਰ ਟਾਈਮ ਲਈ ਨਹੀਂ ਕਰੇਗਾ, ਤਾਂ ਇਹ ਐਗਰੀਮੈਂਟ ਜਿਹੜਾ ਆ ਵੈਲਿਡ ਹੁੰਦਾ ਆ, ਠੀਕ ਆ। ਜਿਸ ਤਰ੍ਹਾਂ ਹੁਣ ਮੰਨ ਲਓ ਕਿ ਹੁਸ਼ਿਆਰਪੁਰ ਦੇ ਵਿੱਚ
ਜਿਹੜਾ ਹੈ ਬੰਗਾਲੀ ਵਾਲੇ ਆ ਉਹਨਾਂ ਦੀ ਮਿਠਾਈਆਂ ਦੀ ਦੁਕਾਨ ਬਹੁਤ ਮਸ਼ਹੂਰ ਆ। ਅਗਰ ਉਹ ਆਪਣੀ ਦੁਕਾਨ ਨੂੰ ਵੇਚਦੇ ਆ ਤੇ ਜਿੰਨੀ ਦੁਕਾਨ ਦੀ ਵੈਲਿਊ ਆ, ਲੈਟਸ ਸਪੋਜ਼ ਦੁਕਾਨ ਦੀ ਵੈਲਿਊ 1 ਕਰੋੜ ਆ, ਬਟ ਉਹ 1 ਕਰੋੜ ਦੀ ਜਗ੍ਹਾ ਬਾਇਰ ਉਹਨਾਂ ਨੂੰ 1.5 ਕਰੋੜ ਦੇ ਰਿਹਾ। ਹੁਣ ਇਹ 50 ਲੱਖ ਕਾਹਦਾ ਵਾਧੂ ਦੇ ਰਿਹਾ? ਉਹਨਾਂ ਦੀ ਗੁੱਡਵਿਲ ਦਾ, ਕਿ ਉਹਨਾਂ ਦਾ ਨਾਮ ਆ। ਸੋ ਉਹਨਾਂ ਨੇ ਆਪਣਾ ਨਾਮ ਵੇਚ ਦਿੱਤਾ, ਬੰਗਾਲੀ ਸਵੀਟ ਸ਼ਾਪ ਜਿਹੜਾ ਨਾਮ ਵੇਚ ਦਿੱਤਾ। ਸੋ ਇਹਦੇ ਨਾਲ ਹੀ ਜਦੋਂ ਉਹਨਾਂ ਨੇ ਆਪਣੀ ਗੁੱਡਵਿਲ ਵੇਚੀ ਤਾਂ ਉਹਨਾਂ ਨੇ ਇੱਕ ਐਗਰੀਮੈਂਟ ਵੀ ਉਹਨਾਂ ਨੂੰ ਕਰਨਾ ਪੈਣਾ ਕਿ ਹੁਣ ਉਸ ਜਗ੍ਹਾ ਦੇ ਵਿੱਚ ਜਿੱਥੇ ਆਲਰੇਡੀ ਉਹਨਾਂ ਦੀ ਪਹਿਲਾਂ ਦੁਕਾਨ ਸੀ ਉਹਦੇ ਨੇੜੇ ਤੇੜੇ ਸੇਮ ਨਾਮ ਦੇ ਨਾਲ ਜਿਹੜੀ ਆ ਕੁਝ ਪਾਰਟਿਕੂਲਰ ਟਾਈਮ ਲਈ ਦੁਕਾਨ ਨਹੀਂ ਖੋਲ ਸਕਦੇ। ਠੀਕ ਆ, ਕਿਉਂਕਿ ਅਗਰ ਉਹ ਆਪਣਾ ਨਾਮ ਵੇਚ ਕੇ ਫਿਰ ਸਾਹਮਣੇ ਜਾ ਕੇ ਸੇਮ ਨਾਮ ਨਾਲ ਦੁਕਾਨ ਖੋਲ ਦੂਗੇ ਤਾਂ ਲੋਕਾਂ ਨੂੰ ਤਾਂ ਪਤਾ ਲੱਗ ਜਾਏਗਾ ਕਿ ਇਹ ਦੁਕਾਨ ਇੱਧਰੋਂ ਇੱਧਰ ਸ਼ਿਫਟ ਹੋ ਗਈ ਆ। ਸੋ ਜੋ ਨਾਮ ਉਹਨਾਂ ਨੇ ਵੇਚਿਆ ਉਹਦਾ ਬਾਇਰ ਨੂੰ ਕੋਈ ਵੀ ਬੈਨੀਫਿਟ ਨਹੀਂ ਹੋਣਾ। ਸੋ ਇਸ ਲਈ ਇਹ ਐਗਰੀਮੈਂਟ ਜਿਹੜਾ ਆ ਵੈਲਿਡ ਹੁੰਦਾ ਆ। ਸੈਕੰਡ ਹੈ ਅੰਡਰ ਦਾ ਪਾਰਟਨਰਸ਼ਿਪ ਐਕਟ। ਪਾਰਟਨਰਸ਼ਿਪ ਐਕਟ ਦੇ ਵਿੱਚ ਕੀ ਹੁੰਦਾ ਕਿ ਫਰਮ ਦੇ ਜਿਹੜੇ ਪਾਰਟਨਰ ਹੁੰਦੇ ਆ ਉਹ ਪਾਰਟਿਕੂਲਰ ਬਿਜ਼ਨਸ ਨਹੀਂ ਕਰ ਸਕਦੇ ਹੁੰਦੇ ਜਿਹੜਾ ਕਿ ਫਰਮ ਦਾ ਬਿਜ਼ਨਸ ਹੁੰਦਾ ਆ। ਸੈਕੰਡ, ਇਸੇ ਤਰ੍ਹਾਂ ਇੱਕ ਜਿਹੜਾ ਆਊਟਗੋਇੰਗ ਪਾਰਟਨਰ ਆ ਜਿਹੜਾ ਛੱਡ ਕੇ ਜਾ ਰਿਹਾ ਆ ਉਹਦੇ ਤੇ ਵੀ ਇਹ ਰਿਸਟ੍ਰਿਕਸ਼ਨ ਹੁੰਦੀ ਆ ਕਿ ਇੱਕ ਪਾਰਟਿਕੂਲਰ ਪੀਰੀਅਡ ਦੇ ਲਈ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਉਹ ਸਿਮਿਲਰ ਬਿਜ਼ਨਸ ਜਿਹੜਾ ਹੈਗਾ ਨਹੀਂ ਕਰੇਗਾ। ਐਂਡ ਥਰਡ ਆ ਪਾਰਟਨਰਸ ਸਿਮਿਲਰ ਬਿਜ਼ਨਸ ਔਨ ਡੀਸੋਲੂਸ਼ਨ। ਪਾਰਟਨਰ ਜਿਹੜੇ ਨੇ ਜਦੋਂ ਫਰਮ ਡਿਸੋਲਵ ਹੋਏਗੀ, ਖਤਮ ਹੋਏਗੀ ਤਾਂ ਇਹ ਵੀ ਐਗਰੀਮੈਂਟ ਕਰ ਸਕਦੇ ਆ ਕਿ ਸਾਰੇ ਜਾਂ ਉਹਨਾਂ ਦੇ ਵਿੱਚੋਂ ਕੁਝ ਜਿਹੜੇ ਨੇ ਉਹ ਸਿਮਿਲਰ ਬਿਜ਼ਨਸ ਪਾਰਟਿਕੂਲਰ ਪੀਰੀਅਡ ਲਈ ਉਸ ਪਾਰਟਿਕੂਲਰ ਏਰੀਆ ਦੇ ਵਿੱਚ ਨਹੀਂ ਕਰਨਗੇ। ਐਂਡ ਨੈਕਸਟ ਐਗਰੀਮੈਂਟ ਇਨ ਰਿਸਟ੍ਰੇਂਟ ਆਫ ਟ੍ਰੇਡ। ਅਗਰ ਇੱਕ ਪਾਰਟਨਰ ਨੇ ਫਰਮ ਦੀ ਗੁੱਡਵਿਲ ਵੇਚ ਦਿੱਤੀ, ਸੇਲ ਕਰ ਦਿੱਤੀ, ਤਾਂ ਫਿਰ ਬਾਇਰ ਦੇ ਨਾਲ ਇਹ ਐਗਰੀਮੈਂਟ ਕੀਤਾ ਜਾ ਸਕਦਾ ਆ ਕਿ ਉਹ ਪਾਰਟਨਰ ਜਿਹੜਾ ਆ ਸਿਮਿਲਰ ਬਿਜ਼ਨਸ ਜਿਹੜਾ ਹੈਗਾ ਉਸ ਸਪੈਸੀਫਾਈਡ ਏਰੀਆ ਦੇ ਵਿੱਚ ਇੱਕ ਸਪੈਸੀਫਾਈਡ ਪੀਰੀਅਡ ਦੇ ਲਈ ਨਹੀਂ ਕਰੇਗਾ। ਸੋ ਇਹੋ ਜਿਹੇ ਜਿਹੜੇ ਐਗਰੀਮੈਂਟ ਕੀਤੇ ਜਾਂਦੇ ਆ ਇਹ ਸਾਰੇ ਵੈਲਿਡ ਹੁੰਦੇ। ਇਹ ਸੀਗੀਆਂ ਸਟੈਚੂਟਰੀ ਐਕਸੈਪਸ਼ਨਸ। ਹੁਣ ਹੈਗੀਆਂ ਐਕਸੈਪਸ਼ਨਸ ਅੰਡਰ ਦਾ ਕਾਮਨ ਲਾਅ, ਜਿਹਦੇ ਵਿੱਚ ਸਭ ਤੋਂ ਪਹਿਲਾਂ ਆ ਜਾਂਦਾ ਸਰਵਿਸ ਐਗਰੀਮੈਂਟ। ਜਦੋਂ ਇੰਪਲੋਇਮੈਂਟ ਹੁੰਦੀ ਹੈ ਕਿਸੇ ਪਰਸਨ ਦੀ ਤਾਂ ਅਗਰ ਉੱਥੇ ਕੋਈ ਇਹੋ ਜਿਹੀ ਕਲੌਜ਼ ਲਗਾਈ ਗਈ ਆ ਜਿੱਥੇ ਉਸ ਬੰਦੇ ਨੂੰ ਰਿਸਟ੍ਰਿਕਟ ਕੀਤਾ ਗਿਆ ਆ ਕਿ ਉਹ ਫॉर ਅ ਪਾਰਟਿਕੂਲਰ ਟਾਈਮ ਪੀਰੀਅਡ 1 ਸਾਲ ਲਈ ਜਾਂ 2 ਸਾਲ ਲਈ ਕਿਸੇ ਹੋਰ ਆਰਗੇਨਾਈਜੇਸ਼ਨ ਦੇ ਵਿੱਚ ਕਿਸੇ ਹੋਰ ਪਰਸਨ ਦੇ ਨਾਲ ਕੰਮ ਨਹੀਂ ਕਰੇਗਾ, ਤੇ ਇਹੋ ਜਿਹਾ ਐਗਰੀਮੈਂਟ ਜਿਹੜਾ ਹੈਗਾ ਆ ਉਹ ਵੈਲਿਡ ਹੁੰਦਾ ਆ ਤੇ ਉਹਦੇ ਤੇ ਬਾਈਂਡਿੰਗ ਵੀ ਹੁੰਦਾ ਆ। ਸੋ ਇਹੋ ਜਿਹੇ ਸਰਵਿਸ ਐਗਰੀਮੈਂਟਸ ਜਿਹੜੇ ਨੇ ਵੈਲਿਡ ਹੁੰਦੇ। ਜਿੱਦਾਂ ਹੁਣ ਜਿੰਨੀਆਂ ਕੰਪਨੀਆਂ ਹੁੰਦੀਆਂ ਜਿਹੜੀਆਂ ਫਿਲਮਾਂ ਬਣਾ ਰਹੀਆਂ ਹੁੰਦੀਆਂ ਉਹ ਕਈ ਵੇਲੇ ਆਪਣੇ ਜਿਹੜੇ ਐਕਟਰ ਹੁੰਦੇ ਨੇ ਉਹਨਾਂ ਦੇ ਨਾਲ ਐਗਰੀਮੈਂਟ ਸਾਈਨ ਕਰ ਲੈਂਦੀਆਂ ਆ ਕਿ ਉਹ 1 ਸਾਲ ਲਈ ਕਿਸੇ ਹੋਰ ਕੰਪਨੀ ਦੇ ਨਾਲ ਕੰਮ ਨਹੀਂ ਕਰਨਗੇ। ਠੀਕ ਆ, ਸੋ ਇਹੋ ਜਿਹੇ ਐਗਰੀਮੈਂਟ ਜਿਹੜੇ ਹੈਗੇ ਆ ਉਹ ਵੈਲਿਡ ਹੁੰਦੇ ਆ। ਉਸ ਤੋਂ ਬਾਅਦ ਨੈਕਸਟ ਹੈ ਟ੍ਰੇਡ ਕੰਬੀਨੇਸ਼ਨਸ। ਟ੍ਰੇਡ ਕੰਬੀਨੇਸ਼ਨ ਕੀ ਆ ਕਿ ਜਦੋਂ ਕੁਝ ਡਿਫਰੈਂਟ ਫਰਮਸ ਆਪਸ ਦੇ ਵਿੱਚ ਇੱਕ ਐਗਰੀਮੈਂਟ ਸਾਈਨ ਕਰਦੀਆਂ ਆ ਜਿਹਦੇ ਵਿੱਚ ਉਹ ਇੱਕ ਤਰ੍ਹਾਂ ਨਾਲ ਆਪਸ 'ਚ ਕੰਬਾਈਨ ਹੋ ਰਹੀਆਂ ਆ ਤਾਂ ਕਿ ਇੱਕ ਪ੍ਰਾਈਸ ਲੈਵਲ ਜਿਹੜਾ ਮੇਨਟੇਨ ਕੀਤਾ ਜਾਵੇ ਤਾਂ ਕਿ ਅੰਡਰ ਸੈਲਿੰਗ ਜਿਹੜੀ ਆ ਉਹਨੂੰ ਅਵੋਇਡ ਕੀਤਾ ਜਾ ਸਕੇ। ਸੋ ਇਹੋ ਜਿਹਾ ਐਗਰੀਮੈਂਟ ਵੀ ਇਲੀਗਲ ਨਹੀਂ ਹੁੰਦਾ। ਠੀਕ ਆ, ਮਤਲਬ ਅਗਰ ਸਾਰੀਆਂ ਫਰਮਸ ਇੱਕ ਰੀਜ਼ਨੇਬਲ ਪ੍ਰਾਈਸ ਫਿਕਸ ਕਰ ਲੈਣ ਵੀ ਅਸੀਂ ਇਸੇ ਪ੍ਰਾਈਸ ਤੇ ਹੀ ਪ੍ਰੋਡਕਟਸ ਵੇਚਾਂਗੇ ਤਾਂ ਕਿ ਉਹ ਜਿਹੜਾ ਕੰਪੀਟੀਸ਼ਨ ਹੈ ਨਾ ਆਪਸ ਦੇ ਵਿੱਚ ਵੀ ਇੱਕ ਦੂਸਰੇ ਨਾਲੋਂ ਘੱਟ ਪ੍ਰਾਈਸ ਤੇ ਚੀਜ਼ਾਂ ਵੇਚ ਕੇ ਆਪਣੀ ਪ੍ਰੋਡਕਟਸ ਵਾਧੂ ਵੇਚਣੀਆਂ, ਤਾਂ ਉਸ ਕੰਪੀਟੀਸ਼ਨ ਨੂੰ ਖਤਮ ਕਰਨ ਦੇ ਲਈ ਅਗਰ ਉਹ ਇਹੋ ਜਿਹਾ ਕੋਈ ਐਗਰੀਮੈਂਟ ਕਰਦੇ ਆ ਤਾਂ ਇਹ ਐਗਰੀਮੈਂਟ ਵੀ ਇਲੀਗਲ ਨਹੀਂ ਹੁੰਦਾ। ਠੀਕ ਆ, ਬਟ ਇਹ ਐਗਰੀਮੈਂਟ ਜਿਹੜਾ ਹੈਗਾ ਆ ਇਹ ਹੋਣਾ ਚਾਹੀਦਾ ਕਿ ਇੱਕ ਪਾਰਟਿਕੂਲਰ ਪ੍ਰਾਈਸ ਤੋਂ ਨੀਚੇ ਗੁੱਡਸ ਨਹੀਂ ਵੇਚੀਆਂ ਜਾਣਗੀਆਂ। ਠੀਕ ਆ, ਸੋ ਟੂ ਡਿਵਾਈਡ ਦਾ ਬਿਜ਼ਨਸ ਐਂਡ ਪ੍ਰੋਫਿਟ ਇਨ ਸਰਟਨ ਪ੍ਰੋਪੋਰਸ਼ਨ ਇਜ਼ ਪਰਫੈਕਟਲੀ ਵੈਲਿਡ। ਜਾਂ ਫਿਰ ਅਸੀਂ ਜੋ ਵੀ ਬਿਜ਼ਨਸ ਜਿੰਨਾ ਵੀ ਸੇਲ ਹੋਏਗੀ ਉਹਦਾ ਪ੍ਰੋਫਿਟ ਇਸ ਪਾਰਟਿਕੂਲਰ ਪ੍ਰੋਪੋਰਸ਼ਨ 'ਚ ਵੰਡਾਂਗੇ, ਇਹ ਵੈਲਿਡ ਹੁੰਦਾ ਆ। ਠੀਕ ਆ ਜੀ। ਉਸ ਤੋਂ ਬਾਅਦ ਨੈਕਸਟ ਹੈ ਐਗਰੀਮੈਂਟ ਇਨ ਰਿਸਟ੍ਰੇਂਟ ਆਫ ਲੀਗਲ ਪ੍ਰੋਸੀਡਿੰਗ। ਕੋਈ ਇਹੋ ਜਿਹਾ ਐਗਰੀਮੈਂਟ ਕਰਨਾ ਜਿਹਦੇ ਵਿੱਚ ਤੁਸੀਂ ਕੋਰਟ ਨੂੰ ਉਹਦੀ ਜੁਰਿਸਡਿਕਸ਼ਨ ਤੋਂ ਯੂਜ਼ ਕਰਨ ਤੋਂ ਰੋਕ ਰਹੇ ਹੋ, ਇਹ ਵੀ ਅਗੇਂਸਟ ਦਾ ਪਬਲਿਕ ਪਾਲਿਸੀ ਆ ਤੇ ਵੋਇਡ ਆ। ਸੋ ਇੰਡੀਅਨ ਕੰਟਰੈਕਟ ਐਕਟ ਕੀ ਕਹਿੰਦਾ ਕਿ ਹਰ ਐਗਰੀਮੈਂਟ ਜਿਹੜਾ ਆ ਜਿਹਦੇ ਨਾਲ ਕੋਈ ਪਾਰਟੀ ਨੂੰ ਰਿਸਟ੍ਰੇਂਟ ਕੀਤਾ ਜਾ ਰਿਹਾ ਆ ਆਪਣੇ ਰਾਈਟਸ ਨੂੰ ਇਨਫੋਰਸ ਕਰਨ ਤੋਂ
ਕਿਹੜੇ ਰਾਈਟਸ ਲੀਗਲ ਪ੍ਰੋਸੀਡਿੰਗ ਦੇ ਰਾਈਟਸ ਜਿਹੜੇ ਟ੍ਰਿਬਿਊਨਲਸ ਦੇ ਵਿੱਚ ਉਹ ਲੀਗਲ ਪ੍ਰੋਸੀਡਿੰਗਸ ਕਰ ਸਕਦਾ ਆ। ਠੀਕ ਆ, ਸੋ ਇਹ ਇਹੋ ਜਿਹਾ ਜਿਹੜਾ ਐਗਰੀਮੈਂਟ ਆ ਜਿਹੜੇ ਉਹਦੇ ਰਾਈਟਸ ਨੂੰ ਰੋਕਦਾ ਕਿ ਤੂੰ ਆਪਣਾ ਰਾਈਟ ਨਹੀਂ ਯੂਜ਼ ਕਰਨਾ, ਤੂੰ ਕੋਰਟ 'ਚ ਨਹੀਂ ਜਾਣਾ, ਤੂੰ ਕੇਸ ਨਹੀਂ ਕਰਨਾ। ਸੋ ਇਹੋ ਜਿਹਾ ਐਗਰੀਮੈਂਟ ਵੀ ਵੋਇਡ ਹੁੰਦਾ ਆ। ਜਿਸ ਤਰ੍ਹਾਂ ਇੱਕ ਅਗਰ ਇੰਪਲੋਇਰ ਇੰਪਲੋਈ ਦੇ ਨਾਲ ਐਗਰੀਮੈਂਟ ਸਾਈਨ ਕਰ ਲੈਂਦਾ ਕਿ ਮੈਂ ਤੈਨੂੰ ਤਾਂ ਜੌਬ ਦੇਣੀ ਆ, ਅਗਰ ਮੈਂ ਤੈਨੂੰ ਕੱਢ ਦੂੰਗਾ ਤਾਂ ਤੂੰ ਕੋਰਟ 'ਚ ਨਹੀਂ ਜਾ ਸਕਦਾ। ਸੋ ਇਹੋ ਜਿਹੇ ਐਗਰੀਮੈਂਟ ਜਿਹੜੇ ਆ ਉਹ ਵੋਇਡ ਹੁੰਦੇ ਆ। ਬਟ ਇਸ ਰੂਲ ਦੀਆਂ ਵੀ ਕੁਝ ਐਕਸੈਪਸ਼ਨਸ ਆ। ਸਭ ਤੋਂ ਪਹਿਲਾਂ कि an agreement to refer all future dispute in connection with the contract to arbitration, ਇਹੋ ਜਿਹਾ ਐਗਰੀਮੈਂਟ ਕਰਨਾ ਜਿਹਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਡਿਸਪਿਊਟਸ ਹੋਣਗੇ ਉਹ ਸਾਰੇ ਆਰਬਿਟ੍ਰੇਸ਼ਨ ਲਈ ਭੇਜੇ ਜਾਣਗੇ, ਜਾਂ ਜਿੰਨੇ ਪ੍ਰੈਜ਼ੈਂਟ ਡਿਸਪਿਊਟਸ ਹੈਗੇ ਆ ਉਹਨਾਂ ਨੂੰ ਆਰਬਿਟ੍ਰੇਸ਼ਨ ਲਈ ਭੇਜਿਆ ਜਾਏਗਾ, ਜਾਂ ਐਨ ਐਗਰੀਮੈਂਟ ਰਿਸਟ੍ਰਿਕਟਿੰਗ ਦਾ ਰਾਈਟ ਆਫ ਆਈਦਰ ਪਾਰਟੀ ਟੂ ਸਿਊ ਇਨ ਅ ਪਰਟੀਕੂਲਰ ਕੋਰਟ, ਕਿਸੇ ਪਰਟੀਕੂਲਰ ਕੋਰਟ ਵਿੱਚ ਨਹੀਂ ਤੁਸੀਂ ਸਿਊ ਕਰ ਸਕਦੇ। ਸੋ ਇਹੋ ਜਿਹੇ ਐਗਰੀਮੈਂਟ ਜਿਹੜੇ ਆ ਵੈਲਿਡ ਹੁੰਦੇ ਆ। ਨੈਕਸਟ ਨੇ ਅਨਸਰਟਨ ਐਗਰੀਮੈਂਟਸ। ਕੋਈ ਵੀ ਐਗਰੀਮੈਂਟ ਆਪਾਂ ਇੱਕ ਐਸੈਂਸ਼ੀਅਲ ਐਲੀਮੈਂਟ ਪੜਿਆ ਸੀ ਕੰਟਰੈਕਟ ਦਾ ਕਿ ਮੀਨਿੰਗ ਸ਼ੁੱਡ ਬੀ ਕਲੀਅਰ ਨਾਟ ਵੇਗ। ਸੋ ਇਹੋ ਜਿਹੇ ਐਗਰੀਮੈਂਟ ਜਿਨ੍ਹਾਂ ਦਾ ਮੀਨਿੰਗ ਸਰਟਨ ਨਹੀਂ ਆ, ਕਲੀਅਰ ਨਹੀਂ ਆ, ਉਹ ਵਾਲੇ ਐਗਰੀਮੈਂਟ ਵੀ ਵੋਇਡ ਹੁੰਦੇ ਆ। ਸੋ ਵਰਡਿੰਗ ਦੇ ਵਿੱਚ ਕੋਈ ਵੀ ਐਂਬੀਗੁਇਟੀ ਹੈਗੀ ਆ ਜਿਹਨੂੰ ਤੁਸੀਂ ਸਮਝ ਨਹੀਂ ਸਕਦੇ ਕਿ ਪਾਰਟੀਜ਼ ਦੀ ਇੰਟੈਂਸ਼ਨ ਕੀ ਆ ਵਰਡਿੰਗ ਤੋਂ, ਅਗਰ ਤਾਂ ਉਹ ਐਗਰੀਮੈਂਟ ਦਾ ਮੀਨਿੰਗ ਕਲੀਅਰ ਨਹੀਂ ਆ ਤੇ ਉਹ ਐਗਰੀਮੈਂਟ ਜਿਹੜਾ ਆ ਵੈਲਿਡ ਵੀ ਨਹੀਂ ਹੁੰਦਾ, ਉਹ ਵੋਇਡ ਹੁੰਦਾ ਆ। ਜਿਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਐਗਰੀਮੈਂਟ ਟੂ ਪੇ ਰੈਂਟ ਇਨ ਕੈਸ਼ ਵਿਦਆਊਟ ਦਾ ਰੇਟ। ਆਪਾਂ ਐਗਰੀਮੈਂਟ ਕੀਤਾ ਆਪਾਂ ਕੈਸ਼ 'ਚ ਰੈਂਟ ਪੇ ਕਰਾਂਗੇ, ਬਟ ਕੋਈ ਰੇਟ ਨਹੀਂ ਫਿਕਸ ਕੀਤਾ ਕਿੰਨਾ ਪੇ ਕੀਤਾ ਜਾਊਗਾ। ਸੋ ਉਹ ਐਗਰੀਮੈਂਟ ਜਿਹੜਾ ਵੋਇਡ ਹੁੰਦਾ ਹੈ। ਉਸ ਤੋਂ ਬਾਅਦ ਨੈਕਸਟ ਹੈ ਐਗਰੀਮੈਂਟ ਬਾਈ ਵੇ ਆਫ ਵੇਜਰ, ਵੇਜਰਿੰਗ ਕਰਨੀ, ਠੀਕ ਹੈ, ਸੱਟੇਬਾਜ਼ੀ ਕਰਨੀ ਜਿਹਨੂੰ ਅਸੀਂ ਕਹਿੰਦੇ ਆ। ਇਹੋ ਜਿਹੇ ਐਗਰੀਮੈਂਟ ਵੀ ਵੋਇਡ ਹੁੰਦੇ ਆ। ਸੋ ਤੁਸੀਂ ਜੋ ਮਨੀ ਜਿੱਤੂਗੇ ਵੇਜਰਿੰਗ ਦੇ ਵਿੱਚ ਉਹਨੂੰ ਰਿਕਵਰ ਕਰਨ ਦੇ ਲਈ ਕੋਈ ਵੀ ਕੇਸ ਨਹੀਂ ਕਰ ਸਕਦੇ ਕਿਉਂਕਿ ਇਹ ਇਲੀਗਲ ਆ। ਸੋ ਵੇਜਰਿੰਗ ਦਾ ਮਤਲਬ ਕੀ ਹੁੰਦਾ? ਬੈਟ ਲਗਾਣੀ, ਠੀਕ ਆ। ਵੇਜਰਿੰਗ ਦਾ ਮਤਲਬ ਕੀ ਆ ਕਿ ਪ੍ਰੋਮਿਸ ਕਰਨਾ ਕਿ ਪੇਮੈਂਟ ਕੀਤੀ ਜਾਊਗੀ, ਮਨੀ ਦਿੱਤੀ ਜਾਊਗੀ, ਬਟ ਕਦੋਂ? ਜਦੋਂ ਇੱਕ ਅਨਸਰਟਨ ਇਵੈਂਟ ਹੈਪਨ ਹੋਊਗਾ ਜਾਂ ਨਹੀਂ ਹੋਊਗਾ, ਠੀਕ ਆ। ਜਿੱਦਾਂ ਅਸੀਂ ਕਹਿੰਦੇ ਆ ਕਿ ਮੰਨ ਲਓ ਕਿ ਮੈਂ ਆਪਣੇ ਬੇਟੇ ਦੇ ਨਾਲ ਬੈਟ ਲਗਾਨੀ ਆ ਕਿ ਜੇ ਅੱਜ ਬਾਰਿਸ਼ ਹੋਏਗੀ ਤਾਂ ਮੈਂ ਉਹਨੂੰ 500 ਦਊਂਗੀ, ਐਂਡ ਅਗਰ ਨਹੀਂ ਹੋਏਗੀ ਤਾਂ ਉਹ ਮੈਨੂੰ 500 ਦੇਗਾ, ਠੀਕ ਆ। ਸੋ ਇਹਨੂੰ ਅਸੀਂ ਕੀ ਕਹਿੰਦੇ ਵੇਜਰਿੰਗ ਆ ਕਿ ਇੱਕ ਅਨਸਰਟਨ ਇਵੈਂਟ ਆ। ਬਾਰਿਸ਼ ਹੋਣਾ ਕੋਈ ਸਰਟਨ ਨਹੀਂ ਆ, ਮੀਂਹ ਦਾ ਪੈਣਾ ਕੋਈ ਸ਼ੋਰ ਨਹੀਂ ਆ, ਪੈਣਾ ਹੀ ਪੈਣਾ ਨਾ, ਪੈ ਵੀ ਸਕਦਾ ਨਹੀਂ ਵੀ ਪੈ ਸਕਦਾ। ਸੋ ਇੱਕ ਅਨਸਰਟਨ ਇਵੈਂਟ ਆ, ਅਗਰ ਉਹ ਹੈਪਨ ਹੋਊਗਾ ਤਾਂ ਮੈਂ ਉਹਨੂੰ ਪੇਮੈਂਟ ਕਰੂੰਗੀ, ਅਗਰ ਨਹੀਂ ਹੋਗਾ ਤਾਂ ਉਹ ਮੈਨੂੰ ਪੇਮੈਂਟ ਕਰੇਗਾ। ਸੋ ਇਹਨੂੰ ਇਹੋ ਜਿਹੇ ਕੰਟਰੈਕਟਸ ਨੂੰ ਵੇਜਰਿੰਗ ਕੰਟਰੈਕਟਸ ਕਿਹਾ ਜਾਂਦਾ ਆ ਤੇ ਵੇਜਰਿੰਗ ਕੰਟਰੈਕਟਸ ਜਿਹੜੇ ਨੇ ਉਹ ਵੈਲਿਡ ਨਹੀਂ ਹੁੰਦੇ। ਸੋ ਇਹਦੇ ਐਸੈਂਸ਼ੀਅਲਸ ਕੀ ਆ ਵੇਜਰਿੰਗ ਕੰਟਰੈਕਟਸ? ਫਸਟ ਆਫ ਆਲ ਇੱਕ ਪ੍ਰੋਮਿਸ ਕੀਤਾ ਜਾ ਰਿਹਾ ਮਨੀ ਪੇ ਕਰਨ ਦਾ। ਸੈਕਿੰਡ, ਪ੍ਰੋਮਿਸ ਜਿਹੜਾ ਕੰਡੀਸ਼ਨਲ ਆ ਕਿਸੇ ਇਵੈਂਟ ਦੀ ਹੈਪਨਿੰਗ ਜਾਂ ਨੌਨ ਹੈਪਨਿੰਗ ਤੇ ਡਿਪੈਂਡ ਕਰ ਰਿਹਾ। ਥਰਡ, ਉਹ ਇਵੈਂਟ ਅਨਸਰਟਨ ਆ, ਠੀਕ ਆ। ਉਹ ਇਵੈਂਟ ਜਿਹੜਾ ਆ ਪਾਸਟ ਬਾਰੇ ਵੀ ਹੋ ਸਕਦਾ, ਪ੍ਰੈਜ਼ੈਂਟ ਜਾਂ ਫਿਊਚਰ ਬਾਰੇ ਵੀ ਹੋ ਸਕਦਾ। ਉਹਦੇ ਵਿੱਚ ਦੋ ਪਾਰਟੀਆਂ ਦਾ ਹੋਣਾ ਜ਼ਰੂਰੀ ਆ, ਜਿਨ੍ਹਾਂ ਚੋਂ ਇੱਕ ਪਾਰਟੀ ਜਿੱਤੇਗੀ ਦੂਸਰੀ ਪਾਰਟੀ ਹਾਰੇਗੀ, ਇੱਕ ਦੀ ਜਿੱਤ ਦੂਸਰੇ ਦੀ ਹਾਰ ਹੋਏਗੀ। ਔਰ ਕਾਮਨ ਇੰਟੈਂਸ਼ਨ ਹੋਣੀਆਂ ਚਾਹੀਦੀਆਂ ਆ ਦੋਨੋਂ ਪਾਰਟੀਆਂ ਦੀਆਂ ਬੈਟਿੰਗ ਦੀਆਂ ਉਸ ਟਾਈਮ ਤੇ, ਐਂਡ ਪਾਰਟੀ ਦਾ ਉਸ ਇਵੈਂਟ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਇੰਟਰਸਟ ਨਹੀਂ ਹੋਣਾ ਚਾਹੀਦਾ। ਸੋ ਇਹੋ ਜਿਹੇ ਐਗਰੀਮੈਂਟ ਜਿਹੜੇ ਆ ਉਹ ਵੋਇਡ ਹੁੰਦੇ ਆ। ਹੁਣ ਅਸੀਂ ਇੱਕ ਲੋਟਰੀ ਸਮਝਦੇ ਹੋ ਸਟੂਡੈਂਟਸ? ਲੋਟਰੀ ਅਸੀਂ ਪਾਉਂਦੇ ਆ, ਠੀਕ ਆ। ਵੈਸੇ ਤਾਂ ਵੇਜਰਿੰਗ ਵੀ ਲੋਟਰੀ ਵਾਂਗੂ ਹੀ ਆ। ਸੋ ਕੀ ਲੋਟਰੀ ਜਿਹੜੀ ਹੈਗੀ ਆ ਇਹ ਵੀ ਇਲੀਗਲ ਆ ਜਾਂ ਪਨਿਸ਼ੇਬਲ ਆ? ਲੋਟਰੀ ਵੀ ਇੱਕ ਵੇਜਰਿੰਗ ਟ੍ਰਾਂਜੈਕਸ਼ਨ ਹੁੰਦੀ ਆ। ਇਟ ਡਜ਼ ਨਾਟ ਕੇਸ ਟੂ ਬੀ ਸੱਚ ਸਿੰਪਲ, ਬਟ ਇਹਨੂੰ ਗਵਰਨਮੈਂਟ ਸੈਂਕਸ਼ਨ ਕਰਦੀ ਆ। ਸੋ ਇਸ ਸੈਂਕਸ਼ਨ ਦਾ ਹੀ ਇਹ ਇਫੈਕਟ ਹੁੰਦਾ ਆ ਕਿ ਕਿਸੇ ਤਰ੍ਹਾਂ ਦੀ ਕੋਈ ਪ੍ਰੋਸੀਕਿਊਸ਼ਨ ਨਹੀਂ ਹੁੰਦੀ, ਠੀਕ ਆ। ਕਿਸੇ ਤਰ੍ਹਾਂ ਦਾ ਕੋਈ ਇਲੀਗੈਲਿਟੀ ਨਹੀਂ ਹੁੰਦੀ ਇਹਦੇ ਵਿੱਚ। ਸੋ ਲੋਟਰੀ ਦੀਆਂ ਟਿਕਟਸ ਨੂੰ ਪਰਚੇਜ਼ ਕਰਨਾ ਜਾਂ ਸੇਲ ਕਰਨਾ ਹੈ ਤਾਂ ਵੇਜਰਿੰਗ, ਠੀਕ ਆ,
ਸੋ ਮਨੀ ਪੇਡ ਇਨ ਕਨੈਕਸ਼ਨ ਵਿਦ ਦ ਲੋਟਰੀ ਕੈਨ ਨਾਟ ਬੀ ਰਿਕਵਰਡ। ਇਹੋ ਜੀ ਮਨੀ ਜਿਹੜੀ ਹੈਗੀ ਆ ਅਗਰ ਤਾਂ ਗਵਰਨਮੈਂਟ ਦੁਆਰਾ ਸੈਂਕਸ਼ਨ ਆ ਤਾਂ ਤੁਸੀਂ ਰਿਕਵਰ ਕਰ ਸਕਦੇ ਹੋ, ਅਗਰ ਗਵਰਨਮੈਂਟ ਦੁਆਰਾ ਸੈਂਕਸ਼ਨ ਨਹੀਂ ਆ ਤਾਂ ਤੁਸੀਂ ਰਿਕਵਰ ਨਹੀਂ ਕਰ ਸਕਦੇ। ਉਸ ਤੋਂ ਬਾਅਦ ਲਾਸਟ ਆ ਵੇਜਰਿੰਗ ਐਂਡ ਇੰਸ਼ੋਰੈਂਸ ਕੰਟਰੈਕਟ। ਹੁਣ ਤੁਸੀਂ ਕਹੋਗੇ ਕਿ ਇੰਸ਼ੋਰੈਂਸ ਦਾ ਕੰਟਰੈਕਟ ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਐਕਸੀਡੈਂਟ, ਫਾਇਰ, ਮਰੀਨ, ਇਹ ਵੀ ਵੇਜਰਿੰਗ ਆ। ਨੋ, ਇੰਸ਼ੋਰੈਂਸ ਕੰਟਰੈਕਟ ਵੇਜਰਿੰਗ ਨਹੀਂ ਹੁੰਦਾ। ਹਾਲਾਂਕਿ ਇੰਸ਼ੋਰੈਂਸ ਕੰਟਰੈਕਟ ਦੇ ਵਿੱਚ ਵੀ ਕੰਪਨਸੇਸ਼ਨ ਕਿਸੇ ਪਾਰਟਿਕੂਲਰ ਇਵੈਂਟ ਦੀ ਹੈਪਨਿੰਗ ਤੇ ਹੀ ਮਿਲਣਾ। ਠੀਕ ਹੈ, ਅਗਰ ਅਸੀਂ ਫਾਇਰ ਇੰਸ਼ੋਰੈਂਸ ਕਰਾਈ ਆ ਤਾਂ ਫਾਇਰ ਹੋਣ ਨਾਲ ਅੱਗ ਲੱਗਣ ਨਾਲ ਨੁਕਸਾਨ ਹੋਊਗਾ ਤਾਂ ਹੀ ਸਾਨੂੰ ਕਲੇਮ ਮਿਲਣਾ ਆ। ਬਟ ਈਵਨ ਦੈਨ ਇਹ ਵੇਜਰਿੰਗ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਕਿਸੇ ਨੂੰ ਵੀ ਬੈਨੀਫਿਟ ਨਹੀਂ ਹੁੰਦਾ। ਠੀਕ ਹੈ, ਤੁਹਾਨੂੰ ਉਨਾ ਹੀ ਕੰਪਨਸੇਸ਼ਨ ਜਾਂ ਕਲੇਮ ਮਿਲਦਾ ਆ ਜਿੰਨਾ ਤੁਹਾਡਾ ਲਾਸ ਹੁੰਦਾ, ਉਹਦੇ ਤੋਂ ਵੱਧ ਨਹੀਂ ਮਿਲਦਾ। ਠੀਕ ਹੈ, ਸੋ ਇਸ ਕਰਕੇ ਜਿਹੜਾ ਤੁਹਾਡੇ ਇੰਸ਼ੋਰੈਂਸ ਕੰਟਰੈਕਟ ਆ ਇਹ ਵੈਲਿਡ ਹੁੰਦੇ ਆ, ਇਹ ਵੇਜਰਿੰਗ ਨਹੀਂ ਹੁੰਦੇ। ਸੋ ਇਹਦੇ ਨਾਲ ਹੀ ਸਾਡਾ ਇਹ ਚੈਪਟਰ ਜਿਹੜਾ ਆ ਖਤਮ